ਲਸ਼ਕਾਰਾ ਟੀਵੀ ਕੈਨੇਡਾ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਨੂੰ ਦੋ ਇੱਕ ਜੋੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਯਾਦ ਕਰਾਂਗੇ 4 ਜੂਨ 1984 ਦਾ ਕਾਲਾ ਦਿਨ। 4 ਜੂਨ 1984 ਦਾ ਕਾਲਾ ਦਿਨ ਜਦੋਂ ਦੁਨੀਆ ਦੇ ਧਰਮ ਨਿਰਪੱਖ ਕਹੇ ਜਾਣ ਵਾਲੇ ਇੱਕ ਰਾਸ਼ਟਰ ਦੀਆਂ ਫੌਜਾਂ ਨੇ ਉਸੇ ਦੇਸ਼ ਦੀ ਇੱਕ ਕੌਮ ਦੇ ਉੱਤੇ ਬੜੇ ਯੋਜਨਾਬੱਧ ਤਰੀਕੇ ਦੇ ਨਾਲ ਉਹਨਾਂ ਦੇ ਮੁੱਖ ਧਰਮ ਸਥਾਨ ਦੇ ਉੱਤੇ ਹਮਲਾ ਕੀਤਾ, ਉਸ ਨੂੰ ਤਬਾਹ ਕੀਤਾ, ਉਸ ਨੂੰ ਨੇਸਤ ਨਾਬੂਦ ਕੀਤਾ ਔਰ ਉਸ ਕੌਮ ਦੇ ਸਾਰੇ ਬੱਚਿਆਂ ਦੇ ਉੱਤੇ, ਉਸ ਕੌਮ ਦੀਆਂ ਔਰਤਾਂ, ਉਸ ਕੌਮ ਦੇ ਲੋਕਾਂ ਦੇ ਉੱਤੇ ਬਹੁਤ ਸਾਰੇ ਜ਼ੁਲਮ ਕੀਤੇ। ਤੇ ਉਹ ਮਹਾਨ ਕੌਮ ਸੀ ਸਿੱਖ ਕੌਮ, ਜਿਸ ਨੇ ਸ਼ੁਰੂ ਤੋਂ ਹੀ ਬलिदान ਸਿੱਖਿਆ, ਜਿਸ ਨੇ ਸ਼ੁਰੂ ਤੋਂ ਹੀ ਤਿਆਗ ਸਿੱਖਿਆ ਆਪਣੇ ਗੁਰੂਆਂ ਤੋਂ, ਔਰ ਜਿਸ ਨੇ ਇਸ ਸਾਰੇ ਸੰਤਾਪ ਨੂੰ ਵੀ ਖਿੜੇ ਮੱਥੇ ਹੰਢਾਇਆ ਔਰ ਇਸ ਦੇ ਵਿਰੁੱਧ ਵਿੱਚ ਜਿੱਥੋਂ ਤੱਕ ਹੋ ਸਕਦਾ ਸੀ ਉੱਥੋਂ ਤੱਕ ਆਪਣੀਆਂ ਕਾਰਵਾਈਆਂ ਵੀ ਕੀਤੀਆਂ, ਪਰ ਨਾਲ ਦੇ ਨਾਲ ਉਸ ਸੰਤਾਪ ਦੇ ਵੇਲੇ ਆਪਣੇ ਸਿਦਕ ਤੇ ਸਬਰ ਦਾ ਇੱਕ ਅਦੁੱਤੀ ਮਿਸਾਲ ਜਿਹੜੀ ਹੈ ਉਹ ਦੁਨੀਆ ਦੇ ਸਾਹਮਣੇ ਪੇਸ਼ ਕੀਤੀ। ਔਰ ਉਸ ਤੋਂ ਬਾਅਦ ਵਿੱਚ ਆਪਣਾ ਬਣਦਾ ਸਰਦਾ ਯੋਗਦਾਨ ਜਿਹੜਾ ਆਪਣੇ ਧਰਮ ਸਥਾਨ ਉੱਤੇ ਕੀਤੇ ਹੋਏ ਇਸ ਹਮਲੇ ਦੇ ਬਦਲਾ ਲੈਣ ਵਾਸਤੇ ਵੀ ਪਾਇਆ। ਔਰ ਉਸ ਕਾਲੇ ਦਿਨ ਦੇ ਬਾਰੇ, ਉਸ ਕਾਲੇ ਦੌਰ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਵੀ ਕਰਾਂਗੇ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਇਸ ਘਟਨਾਕ੍ਰਮ ਦੇ ਉੱਤੇ। 4 ਜੂਨ 1984 ਦਾ ਦਿਨ, ਜਿਸ ਨੂੰ ਇਤਿਹਾਸ ਦੇ ਲਹੂ ਲੁਹਾਨ ਹੋਏ ਪੰਨਿਆਂ ਤੋਂ ਕਦੇ ਵੀ ਮਿਟਾਇਆ ਨਹੀਂ ਜਾ ਸਕਦਾ। ਇਸ ਭਾਗੇ ਦਿਨ ਮਨੁੱਖਤਾ ਦੀ ਰਾਖੀ ਕਰਨ ਵਾਲੀ ਬਹਾਦਰ ਸਿੱਖ ਕੌਮ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਮਹਾਨ ਗੁਰੂ ਦੇ ਉਹਨਾਂ ਸਿੰਘਾਂ ਸਿੰਘਣੀਆਂ ਤੇ ਮਾਸੂਮ ਬੱਚਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ, ਜਿਨ੍ਹਾਂ ਸਿੰਘਾਂ ਦੇ ਖਾਲਸਾ ਪੰਥ ਨੇ ਦੇਸ਼ ਦੀ ਅਣਖ, ਗੈਰਤ ਅਤੇ ਆਜ਼ਾਦੀ ਲਈ ਲੱਖਾਂ ਸ਼ਹਾਦਤਾਂ ਦੇ ਕੇ ਊਚ ਨੀਚਤਾ ਖਤਮ ਕਰਕੇ ਬਰਾਬਰਤਾ ਦਾ ਸੁਨੇਹਾ ਦਿੱਤਾ। ਜਿਸ ਕੌਮ ਲਈ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਬਲੀਦਾਨ ਦੇ ਕੇ ਪੱਤ ਰੱਖੀ, ਉਸੇ ਕੌਮ ਦੇ ਅਖੌਤੀ ਹੁਕਮਰਾਨਾਂ ਨੇ ਸਰਬ ਧਰਮਾਂ ਦੇ ਸਾਂਝੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਫੌਜੀ ਟੈਂਕਾਂ ਤੇ ਤੋਪਾਂ ਨਾਲ ਹੱਲਾ ਬੋਲ ਦਿੱਤਾ। ਸਮੁੱਚਾ ਸਿੱਖ ਪੰਥ ਇਨ੍ਹੀਂ ਦਿਨੀ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਿਹਾ ਸੀ। ਵੱਡੀ ਗਿਣਤੀ ਵਿੱਚ ਸੰਗਤਾਂ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਪੁੱਜੀਆਂ ਸਨ। ਹਿੰਦੁਸਤਾਨੀ ਹਕੂਮਤ ਦੇ ਇਸ਼ਾਰੇ ਤੇ ਭਾਰਤੀ ਫੌਜਾਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਤੇ ਯੋਜਨਾਬੱਧ ਤਰੀਕੇ ਨਾਲ ਘੇਰਾ ਪਾ ਕੇ ਤੋਪਾਂ, ਬੰਦੂਕਾਂ ਤੇ ਟੈਂਕਾਂ ਨਾਲ ਹਮਲਾ ਬੋਲ ਦਿੱਤਾ। ਇਸ ਹਮਲੇ ਵਿੱਚ ਅਨੇਕਾਂ ਸ਼ਰਧਾਲੂ, ਗੁਰੂ ਘਰ ਦੇ ਵਜ਼ੀਰ, ਕੀਰਤਨੀਏ ਅਤੇ ਕਈ ਮਾਸੂਮ ਜਿੰਦੜੀਆਂ ਕੋਹ ਕੇ ਸ਼ਹੀਦ ਕੀਤਾ ਗਿਆ। ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਕਈ ਹੋਰ ਸਿੰਘ ਸੂਰਮੇ ਫੌਜਾਂ ਨਾਲ ਟੱਕਰ ਲੈਂਦੇ ਸ਼ਹਾਦਤ ਦਾ ਜਾਮ ਪੀ ਗਏ। ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦਾ ਪਰਿਕਰਮਾ ਹਾਲ ਸ਼ਹੀਦ ਸਿੰਘਾਂ, ਸਿੰਘਣੀਆਂ ਤੇ ਭੁਜੰਗੀਆਂ ਦੀਆਂ ਲਾਸ਼ਾਂ ਨਾਲ ਲਹੂ ਲੋਹਾਨ ਹੋਇਆ ਪਿਆ ਸੀ। ਨਿਰਦੋਸ਼ ਸਿੱਖਾਂ ਨੂੰ ਭਾਰਤੀ ਫੌਜ ਦੇ ਜ਼ਬਰ ਦਾ ਇਸ ਕਦਰ ਸ਼ਿਕਾਰ ਹੋਣਾ ਪਿਆ ਕਿ ਉਹਨਾਂ ਦੀਆਂ ਲਾਸ਼ਾਂ ਬੋਰੀਆਂ ਵਾਂਗ ਸੁੱਟ ਕੇ ਢੋਈਆਂ ਗਈਆਂ। ਕਹਿਰ ਦੀ ਗਰਮੀ 'ਚ ਲਾਸ਼ਾਂ ਵਿੱਚੋਂ ਬਦਬੂ ਆਉਣ ਲੱਗ ਪਈ ਸੀ ਤੇ ਕੂੜਾ ਢੋਣ ਵਾਲੇ ਕਰਮਚਾਰੀਆਂ ਨੇ ਲਾਸ਼ਾਂ ਢੋਣ ਤੋਂ ਇਨਕਾਰ ਕਰ ਦਿੱਤਾ। ਪਰ ਜਦੋਂ ਉਹਨਾਂ ਨੂੰ ਲਾਸ਼ਾਂ ਵਿੱਚੋਂ ਨਿਕਲਣ ਵਾਲੀ ਨਕਦੀ, ਸੋਨਾ ਤੇ ਘੜੀਆਂ ਰੱਖਣ ਦੀ ਗੱਲ ਆਖੀ ਤਾਂ ਲਾਲਚ ਵਿੱਚ ਆ ਕੇ ਉਹਨਾਂ ਸਿੱਖਾਂ ਦੀਆਂ ਲਾਸ਼ਾਂ ਨੂੰ ਇੱਕ ਥਾਂ ਇਕੱਠਾ ਕਰ ਦਿੱਤਾ। ਜ਼ਾਲਮਾਂ ਦੇ ਕਹਿਰ ਦੀ ਦਿਲ ਕੰਬਾਊ ਦਾਸਤਾਂ ਯਾਦ ਕਰਦਿਆਂ ਹਰ ਇਨਸਾਫ ਪਸੰਦ ਅੱਖ ਨਮ ਹੋ ਉੱਠਦੀ ਹੈ, ਰੂਹ ਨੂੰ ਕੰਬਣੀ ਛਿੜ ਜਾਂਦੀ ਹੈ ਤੇ ਕਾਲਜੇ ਹੌਲ ਪੈਣ ਲੱਗ ਜਾਂਦੇ ਨੇ। ਪਰ ਕੁਦਰਤ ਦਾ ਆਪਣਾ ਨਿਆਂ ਹੁੰਦਾ ਹੈ। ਕੁਦਰਤ ਹਮੇਸ਼ਾ ਸੱਚ ਦਾ ਸਾਥ ਦਿੰਦੀ ਹੈ। ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਤੇ ਹਮਲੇ ਦੇ ਸਾਰੇ ਨੀਚ ਥੋੜੇ ਸਮੇਂ ਬਾਅਦ ਹੀ ਆਪਣੀ ਕਰਨੀ ਦਾ ਫਲ ਪਾ ਗਏ। ਜ਼ਕਰੀਆ ਖਾਨ, ਜਹਾਨ ਖਾਨ, ਅਹਿਮਦ ਸ਼ਾਹ ਅਬਦਾਲੀ ਤੇ ਇੰਦਰਾ ਗਾਂਧੀ ਕੋਈ ਵੀ ਦਰਬਾਰ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ 6 ਮਹੀਨੇ ਤੱਕ ਵੀ ਬਚ ਨਹੀਂ ਸਕਿਆ। ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਤੇ ਅੱਜ ਵੀ ਖਾਲਸਾ ਪੰਥ ਦਾ ਝੰਡਾ ਝੂਲ ਰਿਹਾ ਹੈ ਤੇ ਝੂਲਦਾ ਰਹੇਗਾ।
ਅਸੀਂ ਪੰਛੀ ਝਾਤ ਮਾਰੀ ਇੱਕ ਦੁਕਾਨ ਦੇ ਉੱਤੇ, ਔਰ ਜਦੋਂ ਇਸ ਦੁਕਾਨ ਦੀ ਗੱਲ ਕਰਦੇ ਹਾਂ, ਇਸ ਦੁਕਾਨ ਨਾਲ ਸਮੁੱਚੇ ਵਿਸ਼ਵ ਦੀਆਂ ਸਿੱਖ ਸੰਗਤਾਂ ਜੁੜੀਆਂ ਹੋਈਆਂ ਸਨ, ਔਰ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਸੰਤਾਪ ਭੋਗਣਾ ਪਿਆ, ਸਿਰਫ ਕਿਸ ਗੱਲ ਦਾ ਕਿ ਉਹ ਗੁਰੂ ਨਾਨਕ ਨਾਮ ਲੈਵਾ ਸਿੱਖ ਨੇ, ਔਰ ਸਿੱਖ ਹੋਣ ਦਾ ਦੁਖਾਂਤ ਜਿਨ੍ਹਾਂ ਨੇ ਆਪਣੇ ਪਿੰਡੇ ਦੇ ਉੱਤੇ ਹੰਢਾਇਆ, ਜਿਨ੍ਹਾਂ ਨੂੰ ਸਿਰਫ ਇਸੇ ਗੱਲ ਦੀ ਸਜ਼ਾ ਮਿਲੀ ਕਿ ਉਹ ਸਿੱਖ ਸਨ ਔਰ ਸਿੱਖ ਧਰਮ ਦੇ ਉੱਤੇ ਉਹ ਆਪਣਾ ਅਧਿਐਨ ਕਰਦੇ ਸਨ। ਸਾਡੇ ਨਾਲ ਇਸ ਵੇਲੇ ਮੌਜੂਦ ਨੇ ਡਾਕਟਰ ਹਰਪਾਲ ਸਿੰਘ ਪੰਨੂ ਜੀ। ਡਾਕਟਰ ਹਰਪਾਲ ਸਿੰਘ ਪੰਨੂ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਧਰਮ ਅਧਿਐਨ ਵਿਭਾਗ ਦੇ ਮੁਖੀ ਤੇ ਪ੍ਰੋਫੈਸਰ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਨੇ। ਇਸ ਤੋਂ ਬਿਨਾਂ ਉਹ ਡੀਨ ਨੇ ਯੂਨੀਵਰਸਿਟੀ ਦੇ ਵਿੱਚ ਹੋਣ ਵਾਲੇ ਸਾਰੇ ਖੋਜ ਕਾਰਜਾਂ ਦੇ, ਔਰ ਇਹਨਾਂ ਨੇ ਉਸ ਵੇਲੇ ਇਸ ਦੁਖਾਂਤ ਨੂੰ ਆਪਣੇ ਪਿੰਡੇ ਤੇ ਹੰਢਾਇਆ। ਇਹਨਾਂ ਨੂੰ ਬਹੁਤ ਸਾਰੀਆਂ ਤੰਗੀਆਂ ਤੁਰਸ਼ੀਆਂ ਦਾ ਸਾਹਮਣਾ ਕਰਨਾ ਪਿਆ, ਪਰਿਵਾਰਕ ਤੌਰ ਤੇ, ਸਰੀਰਕ ਤੌਰ ਤੇ, ਸਮਾਜਿਕ ਤੌਰ ਤੇ ਬਹੁਤ ਸਾਰੀ ਇਹਨਾਂ ਦੀ ਪ੍ਰਤਿਸ਼ਠਾ ਨੂੰ ਢਾਹ ਲਾਈ ਗਈ। ਲਿਸ਼ਕਾਰਾ ਟੀਵੀ ਕੈਨੇਡਾ ਦੇ ਇਸ ਖਾਸ ਪੇਸ਼ਕਸ਼ ਦੇ ਵਿੱਚ ਮੇਰੇ ਨਾਲ ਨੇ ਡਾਕਟਰ ਹਰਪਾਲ ਸਿੰਘ ਪੰਨੂ ਜੀ। ਆਓ ਇਸ ਘਟਨਾਕ੍ਰਮ ਬਾਰੇ ਉਹਨਾਂ ਤੋਂ ਜਾਣਕਾਰੀ ਲੈਂਦੇ ਹਾਂ। ਪੰਨੂ ਸਾਹਿਬ, ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਜਦੋਂ ਸਾਕਾ ਨੀਲਾ ਤਾਰਾ ਦਾ ਦੁਖਾਂਤ ਵਾਪਰਿਆ, ਉਸ ਵੇਲੇ ਪੰਜਾਬ ਦੇ ਰਾਜਨੀਤਿਕ, ਧਾਰਮਿਕ, ਸਮਾਜਿਕ, ਕਿਉਂਕਿ ਸਾਰੇ ਪੱਖ ਜਿਹੜੇ ਆ ਕਿਸੇ ਵੀ ਇਸ ਤਰ੍ਹਾਂ ਦੇ ਦੁਖਾਂਤ ਲਈ ਜ਼ਿੰਮੇਵਾਰ ਹੁੰਦੇ ਨੇ, ਉਹ ਹਾਲਾਤ ਕਿਹੋ ਜਿਹੇ ਸਨ, ਕੀ ਹੋਣ ਤਾਈਆਂ ਸਨ ਜਿਨ੍ਹਾਂ ਕਰਕੇ ਦੁਖਾਂਤ ਵਾਪਰਿਆ? ਦੇਖੋ, ਇਹ ਘਟਨਾ ਜਿਹੜੀ 1984 ਜੂਨ ਦੀ ਦਰਬਾਰ ਸਾਹਿਬ ਉੱਤੇ ਸੈਨਿਕ ਹਮਲਾ, ਇਹ ਅਚਾਨਕ ਵਾਪਰੀ ਘਟਨਾ ਨਹੀਂ, ਬਹੁਤ ਵੱਡੀ ਘਟਨਾ ਹੈ ਤੇ ਇਹਦਾ ਇੱਕ ਪਿਛੋਕੜ ਹੈ। ਅੱਛਾ ਜੀ। ਪਿਛੋਕੜ ਕੀ ਹੈ ਕਿ ਜਦੋਂ 1947 ਚ ਹਿੰਦੁਸਤਾਨ ਆਜ਼ਾਦ ਹੋਇਆ, ਦੇਸ਼ ਦੀ ਵੰਡ ਹੋਈ, ਤਾਂ ਸਿੱਖ ਆਪਣੀ ਹੋਣੀ ਦਾ ਫੈਸਲਾ ਕਰਨ ਲੱਗੇ। ਉਹਨਾਂ ਨੂੰ ਇਉਂ ਲੱਗਿਆ ਕਿ ਅਸੀਂ ਦੋ ਆਪਸ਼ਨ ਸਨ ਸਾਹਮਣੇ, ਇੱਕ ਪਾਕਿਸਤਾਨ ਨਾਲ ਰਲਣ ਦੀ, ਦੂਸਰਾ ਹਿੰਦੁਸਤਾਨ ਨਾਲ। ਸਿੱਖਾਂ ਨੂੰ ਮਹਿਸੂਸ ਹੋਇਆ ਕਿ ਹਿੰਦੁਸਤਾਨ 'ਚ ਅਸੀਂ ਵੱਧ ਸੁਰੱਖਿਅਤ ਹਾਂ, ਸਾਡੇ ਧਰਮ ਸਥਾਨ ਵੱਧ ਸੁਰੱਖਿਅਤ ਨੇ, ਇਸ ਕਰਕੇ ਉਹਨਾਂ ਨੇ ਹਿੰਦੁਸਤਾਨ ਵਿੱਚ ਰਹਿਣ ਦਾ ਫੈਸਲਾ ਕੀਤਾ। ਠੀਕ ਹੈ ਜੀ। ਤੋ ਜਦੋਂ ਹਿੰਦੁਸਤਾਨ ਆਜ਼ਾਦ ਹੋ ਗਿਆ, ਹਿੰਦੁਸਤਾਨ ਦੇ ਸੰਵਿਧਾਨ ਨੇ ਇਹ ਆਗਿਆ ਦਿੱਤੀ ਕਿ ਪ੍ਰਾਂਤ ਨੇ ਜਿਹੜੇ ਬੋਲੀ ਦੇ ਆਧਾਰ ਤੇ ਬਣਨਗੇ। ਠੀਕ ਹੈ। ਪੰਜਾਬ ਦਾ ਜਿਹੜਾ ਸੂਬਾ ਹੈ ਉਹਦੇ 'ਚ ਪੰਜਾਬੀ ਲਾਗੂ ਨਹੀਂ ਕੀਤੀ ਗਈ ਤੇ ਪੰਜਾਬੀ ਸੂਬੇ ਨੂੰ ਪੰਜਾਬੀ ਪ੍ਰਧਾਨ ਸੂਬਾ ਨਹੀਂ ਮੰਨਿਆ ਗਿਆ। ਤੋ ਅਕਾਲੀਆਂ ਨੂੰ ਇਉਂ ਲੱਗਿਆ ਕਿ ਸਾਡੇ ਨਾਲ ਜਿਵੇਂ ਕੋਈ ਜ਼ਿਆਦਤੀ ਹੋ ਗਈ। ਪੰਜਾਬੀ ਸੂਬੇ ਦੇ ਹੱਕ 'ਚ ਮੋਰਚਾ ਲੱਗਿਆ। ਪੰਜਾਬੀ ਸੂਬੇ ਦੇ ਹੱਕ 'ਚ ਜਦੋਂ ਮੋਰਚਾ ਚੱਲ ਰਿਹਾ ਸੀ ਤਾਂ ਪੰਜਾਬੀ ਸੂਬਾ ਜ਼ਿੰਦਾਬਾਦ ਇਹ ਨਾਅਰਾ ਲਾਉਣ ਉੱਤੇ ਵੀ ਪਾਬੰਦੀ ਸੀ ਤੇ ਗ੍ਰਿਫਤਾਰ ਕਰਕੇ ਜੇਲ੍ਹਾਂ 'ਚ ਭੇਜ ਦਿੱਤਾ ਜਾਂਦਾ ਸੀ। ਠੀਕ ਹੈ। ਤੋ ਫਿਰ ਲੰਮੀ ਜੱਦੋਜਹਿਦ ਤੋਂ ਬਾਅਦ ਪੰਜਾਬੀ ਸੂਬਾ ਹੋਂਦ 'ਚ ਆ ਗਿਆ। ਪੰਜਾਬੀ ਸੂਬਾ ਬਣ ਗਿਆ, ਲੇਕਿਨ ਪੰਜਾਬੀ ਬੋਲਦੇ ਇਲਾਕੇ ਬਾਹਰ ਰਹਿ ਗਏ। ਪੰਜਾਬੀ ਸੂਬੇ ਨੂੰ ਉਹਦੀ ਰਾਜਧਾਨੀ ਨਹੀਂ ਮਿਲੀ। ਪੰਜਾਬੀ ਸੂਬੇ ਦਾ ਪਾਣੀਆਂ ਦਾ ਸੀ ਜਿਹੜਾ ਵੱਡਾ ਹਿੱਸਾ ਉਹ ਦੂਸਰੇ ਰਾਜਾਂ ਨੂੰ ਜਾਣ ਲੱਗਿਆ। ਤੋ ਇਹ ਕੁਝ ਬਰਨਿੰਗ ਇਸ਼ੂ ਸਨ ਜਿਨ੍ਹਾਂ ਕਰਕੇ ਅਕਾਲੀ ਗਾਹੇ ਬਗਾਹੇ ਕਾਂਗਰਸ ਸਰਕਾਰ ਦੇ ਖਿਲਾਫ ਮੋਰਚੇ ਲਾਉਂਦੇ ਰਹੇ, ਰੈਲੀਆਂ ਕਰਦੇ ਰਹੇ, ਵੱਡੇ ਇਕੱਠ ਕਰਦੇ ਰਹੇ। ਤੋ ਅਕਾਲੀ ਦਲ ਨੂੰ ਪ੍ਰਤੀਤ ਹੋਇਆ ਵੀ ਸੰਤ ਜਰਨੈਲ ਸਿੰਘ ਦੀ ਪਪੂਲੈਰਿਟੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ, ਅਸੀਂ ਜੇ ਸੰਤ ਜਰਨੈਲ ਸਿੰਘ ਦੀ ਸਹਾਇਤਾ ਲੈ ਲਈਏ ਅਕਾਲੀ ਦਲ ਦੀ ਪੋਲੀਟੀਕਲ ਵਿੰਗ ਵਜੋਂ ਹੋਰ ਮਜ਼ਬੂਤ ਹੋਏਗਾ। ਤੋ ਫਿਰ ਇੱਕ ਵੱਡਾ ਇਕੱਠ ਹੋਇਆ ਅੰਮ੍ਰਿਤਸਰ ਇਸ 1982 'ਚ। ਇਸ ਇਕੱਠ ਦੇ ਵਿੱਚ ਸੰਤ ਜਰਨੈਲ ਸਿੰਘ ਨੂੰ ਵੀ ਸ਼ਾਮਲ ਕੀਤਾ ਗਿਆ, ਸੰਤ ਲੌਂਗੋਵਾਲ ਮੌਜੂਦ ਸਨ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਸੁਰਜੀਤ ਸਿੰਘ ਬਰਨਾਲਾ, ਇਹ ਸਾਰੀਆਂ ਵੱਡੀਆਂ ਹਸਤੀਅਤਾਂ ਉੱਥੇ ਉਸ ਇਕੱਠ 'ਚ ਮੌਜੂਦ ਸਨ ਤੇ ਸਾਰਿਆਂ ਨੇ ਫੈਸਲਾ ਕੀਤਾ ਕਿ ਅਸੀਂ ਰਲ ਕੇ ਸੰਘਰਸ਼ ਕਰਾਂਗੇ। ਰਲ ਕੇ ਮੂਵਮੈਂਟ ਸ਼ੁਰੂ ਹੋਈ ਤੇ ਹੌਲੀ ਹੌਲੀ ਹੁੰਦਾ ਸਾਨੂੰ ਇਸ ਗੱਲ ਦਾ ਬਾਹਰਲੇ ਬੰਦਿਆਂ ਨੂੰ ਨਹੀਂ ਪਤਾ ਸੀ, ਲੇਕਿਨ ਸਰਕਾਰ ਜਾਣਦੀ ਸੀ ਕਿ ਦਰਬਾਰ ਸਾਹਿਬ ਦੇ ਅੰਦਰ ਹਥਿਆਰ ਆਉਣੇ ਸ਼ੁਰੂ ਹੋ ਗਏ ਜੀ। ਸਰਕਾਰ ਦਾ ਫਰਜ਼ ਬਣਦਾ ਸੀ ਕਿ ਉਹ ਹਥਿਆਰ ਅੰਦਰ ਜਾਣ ਤੋਂ ਰੋਕਦੀ। ਕਿੰਨੀਆਂ ਇੰਟੈਲੀਜੈਂਸ ਏਜੰਸੀਆਂ ਨੇ, ਮੇਰੇ ਵਰਗਾ ਸਧਾਰਨ ਬੰਦਾ ਤਾਂ ਮੱਥਾ ਟੇਕਦੇ ਪ੍ਰਸ਼ਾਦ ਲੈਂਦੇ ਜਾਂ ਵੱਧ ਤੋਂ ਵੱਧ ਸੰਤ ਜਰਨੈਲ ਸਿੰਘ ਨੂੰ ਜਾਂ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਮਿਲ ਕੇ ਆ ਜਾਂਦਾ। ਤਾਂ ਹੋਰ ਅੰਦਰਲੀ ਜਾਣਕਾਰੀ ਸਾਨੂੰ ਕੋਈ ਨਹੀਂ ਸੀ ਤੇ ਕਿਸੇ ਸਿੱਖ ਨੂੰ ਇਹ ਯਕੀਨ ਨਹੀਂ ਸੀ ਕਿ ਦਰਬਾਰ ਸਾਹਿਬ ਉੱਪਰ ਸੈਨਿਕ ਹਮਲਾ ਹੋ ਸਕਦਾ। ਤਾਂ ਫਿਰ ਦਰਬਾਰ ਸਾਹਿਬ 'ਤੇ ਜਦੋਂ ਹਮਲਾ ਹੋਇਆ ਤਾਂ ਕਿਉਂਕਿ ਇੰਟੈਲੀਜੈਂਸ ਨੂੰ ਪਤਾ ਸੀ ਕਿ ਮੇਰਾ ਅੰਮ੍ਰਿਤਸਰ ਜਾਣ ਆਉਣਾ ਹੈ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਗੁਰਮਤਿ ਟ੍ਰੇਨਿੰਗ ਕੈਂਪਾਂ ਵਿੱਚ ਮੈਂ ਗੁਰਮਤਿ ਦੀ ਜਾਣਕਾਰੀ ਦੇਣ ਵੀ ਜਾਂਦਾ ਹੁੰਦਾ ਸੀ, ਸੰਤ ਜਰਨੈਲ ਸਿੰਘ ਜੀ ਨੂੰ ਗਾਹੇ ਬਗਾਹੇ ਮਿਲਦਾ ਰਹਿੰਦਾ ਸੀ। ਤਾਂ ਇਹ ਇੰਟੈਲੀਜੈਂਸ ਨੂੰ ਪਤਾ ਸੀ, ਇਸ ਕਰਕੇ ਫਿਰ ਇਸ ਘਟਨਾ ਤੋਂ ਕੋਈ 2 ਹਫ਼ਤੇ ਬਾਅਦ ਮੇਰੇ ਘਰ ਨੂੰ ਆਰਮੀ ਨੇ ਰੇਡ ਕੀਤਾ। 26-27 ਜੂਨ ਦੀ ਅੱਧੀ ਰਾਤ ਨੂੰ ਕਾਲ ਬੈਲ ਵੱਜੀ, ਚਾਰੇ ਪਾਸੇ ਰੌਸ਼ਨੀਆਂ ਦਾ ਹੜ੍ਹ ਆਇਆ ਸੀ। ਮੈਂ ਦੇਖਿਆ ਜਦੋਂ ਬਾਰੀ ਵਿੱਚ ਦੀ ਤਾਂ ਗੁਆਂਢੀਆਂ ਦੀਆਂ ਛੱਤਾਂ 'ਤੇ ਸਟੇਨ ਗੰਨਾ ਬੀੜੀ ਫੌਜੀ ਸਨ। ਮੈਂ ਦਰਵਾਜ਼ਾ ਖੋਲ੍ਹਿਆ, ਮੈਨੂੰ ਪੁੱਛਿਆ ਗਿਆ ਪ੍ਰੋਫੈਸਰ ਪੰਨੂ। ਜਦੋਂ ਮੈਂ ਹਾਂ ਕਿਹਾ ਤਾਂ 2 ਜਵਾਨਾਂ ਨੇ ਮੇਰੇ ਹੱਥ ਪਿੱਛੇ ਬੰਨ੍ਹ ਲਏ ਤੇ ਘਰ ਦੀ ਤਲਾਸ਼ੀ ਹੋਣੀ ਸ਼ੁਰੂ ਹੋ ਗਈ। ਘਰ 'ਚ ਨਾ ਕੁਝ ਮਿਲਣਾ ਸੀ ਨਾ ਮਿਲਿਆ। ਮੇਰਾ PhD ਦਾ ਕੰਮ ਥੀਸਿਸ ਮੁਕੰਮਲ ਹੋਣ ਵਾਲਾ ਸੀ, ਹੱਥ ਲਿਖਤ। ਉਹਨਾਂ ਨੂੰ ਕੀ ਪਤਾ ਸੀ ਇਹ ਕੀ ਹੈ। ਤਾਂ ਉਹਨਾਂ ਨੇ ਇਹ ਸਮਝ ਕੇ ਵੀ ਸ਼ਾਇਦ ਕੋਈ ਖਾਲਿਸਤਾਨੀ ਲਿਟਰੇਚਰ ਹੋਊਗਾ, ਐਗਜ਼ਾਮਿਨ ਫੇਰ ਕਰਦੇ ਰਹਾਂਗੇ, ਉਹ ਵੀ ਚੁੱਕ ਲਿਆ। ਫਿਰ
ਮੈਨੂੰ ਕਿਉਂਕਿ ਮੈਂ ਹੱਥ ਮੇਰੇ ਪਿੱਛੇ ਬੰਨੇ ਹੋਏ ਸਨ, ਮੈਂ ਗੱਡੀ ਤੇ ਖੁਦ ਤਾਂ ਚੜ੍ਹ ਨਹੀਂ ਸਕਦਾ ਸੀ। ਇੱਕ 3 ਟਨਰ ਗੱਡੀ ਸੀ, 4-5 ਜਣਿਆਂ ਨੇ ਚੁੱਕ ਕੇ ਮੈਨੂੰ ਉਹਦੇ 'ਚ ਵਗਾ ਕੇ ਮਾਰਿਆ। ਤੋ ਮੇਰੀਆਂ ਅੱਖਾਂ ਦੇ ਦੁਆਲੇ ਕੱਸ ਕੇ ਇੱਕ ਤੌਲੀਆ ਬੰਨ੍ਹ ਦਿੱਤਾ ਜਿਹੜਾ ਕਿ ਮੇਰੇ ਨੱਕ ਤੱਕ ਹੇਠਾਂ ਆ ਗਿਆ। ਮੈਂ ਨਿਮਰਤਾ ਨਾਲ ਬੇਨਤੀ ਕੀਤੀ ਕਿ ਇਹਦੇ 'ਚੋਂ ਬਦਬੂ ਬਹੁਤ ਆ ਰਹੀ ਹੈ, ਮੇਰੇ ਨੱਕ ਤੋਂ ਉੱਪਰ ਕਰ ਦਿਓ ਜਰਾ। ਫਿਰ ਉੱਥੋਂ ਹੀ ਮੇਰੇ ਤੇ ਘਸੁੰਨਾਂ ਦਾ ਤੇ ਠੁੱਡਿਆਂ ਦਾ ਕਹਿਰ ਵਰਤਣਾ ਸ਼ੁਰੂ ਹੋ ਗਿਆ। ਇੱਥੋਂ ਸ਼ੁਰੂਆਤ ਹੋਈ। 3 ਮਹੀਨੇ ਕੀ ਬੀਤਿਆ, ਬੜਾ ਲੰਮਾ ਸਿਲਸਿਲਾ ਹੈ ਉਹ। ਸਾਨੂੰ ਜੂਨ ਮਹੀਨੇ ਦੇ ਵਿੱਚ ਧੁੱਪੇ ਗੱਡੀਆਂ ਖੜੀਆਂ ਹੁੰਦੀਆਂ ਸੀ, ਇਹ ਲੋਹੇ ਦੀਆਂ ਬਣੀਆਂ ਹੋਈਆਂ, ਸਾਡੇ ਲਿਬਾਸ ਸਾਰੇ ਉਤਾਰ ਦਿੱਤੇ ਸੀ ਤੇ ਸਾਨੂੰ ਇਹਨਾਂ ਗੱਡੀਆਂ ਦੇ ਉੱਪਰ ਵਿੱਚ ਸੁੱਟ ਦਿੱਤਾ ਜਾਂਦਾ ਸੀ। ਅਸੀਂ ਪਾਸੇ ਬਦਲ ਕੇ ਆਪਣੇ ਆਪ ਨੂੰ ਬਚਾਉਣ ਦਾ ਯਤਨ ਕਰਦੇ, ਲੇਕਿਨ ਤੜਫਦੇ, ਕਿਉਂਕਿ ਜੂਨ ਦੇ ਮਹੀਨੇ ਦੁਪਹਿਰ 'ਚ ਇੰਨੀ ਗਰਮੀ ਝੱਲਣੀ ਬੜੀ ਮੁਸੀਬਤ ਹੁੰਦੀ ਹੈ। ਮੇਰਾ ਛੋਟਾ ਬੇਟਾ ਸਾਲ ਦਾ ਸੀ, ਵੱਡਾ 3 ਸਾਲ ਦਾ ਸੀ। ਮੇਰੀ ਵਾਈਫ ਨੂੰ ਇਹ ਪਤਾ ਨਹੀਂ ਸੀ ਕਿ ਮੈਂ ਜਿਉਂਦਾ ਹਾਂ ਕਿ ਨਹੀਂ। ਜੇ ਜਿਉਂਦਾ ਤਾਂ ਕਿੱਥੇ ਆ। ਉਹ ਵਕੀਲਾਂ ਨੂੰ ਲੈ ਕੇ, ਦੋਸਤਾਂ ਨੂੰ ਲੈ ਕੇ ਥਾਂ ਤੇ ਭਟਕਦੀ ਰਹੀ। ਫਿਰ 3 ਮਹੀਨਿਆਂ ਬਾਅਦ ਜਦੋਂ ਮੈਨੂੰ ਪੇਸ਼ ਕੀਤਾ ਅਦਾਲਤ 'ਚ, ਸੈਂਕੜੇ ਵਕੀਲ ਸਾਡੇ ਹੱਕ 'ਚ ਪੇਸ਼ ਹੋਏ। ਸਾਡੇ ਤੋਂ ਕਿਸੇ ਨੇ ਕੋਈ ਫੀਸ ਨਹੀਂ ਲਈ, ਕਿਉਂਕਿ ਇਉਂ ਲੱਗਦਾ ਸੀ ਸਾਰਿਆਂ ਨੂੰ ਵੀ ਇਹ ਦੁੱਖ ਸਾਡਾ ਸਾਰਿਆਂ ਦਾ ਸਾਂਝਾ ਹੈ। ਇਹ ਜੋ ਕੁਛ ਮੇਰੇ ਨਾਲ ਹੋਇਆ, ਇਸ ਤਰ੍ਹਾਂ ਦਾ ਹਜ਼ਾਰ ਲੋਕਾਂ ਨਾਲ ਵਾਪਰਿਆ ਤੇ ਇਹ ਕਦੀ ਦੁਬਾਰਾ ਨਾ ਵਾਪਰੇ। ਆਪਾਂ ਤਾਂ ਰੱਬ ਅੱਗੇ ਅਰਦਾਸ ਕਰ ਸਕਦੇ ਹਾਂ ਤੇ ਸਰਕਾਰ ਨੂੰ ਸਲਾਹ ਦੇ ਸਕਦੇ ਹਾਂ। ਆਪਣੇ ਕੋਲ ਹੋਰ ਤਾਂ ਕੁਛ ਨਹੀਂ ਜੀ। ਬਿਲਕੁਲ। ਇੱਕ ਹੋਰ ਬਹੁਤ ਇੱਥੇ ਮਹੱਤਵਪੂਰਨ ਪੱਖ ਜਿਹੜਾ ਉਹ ਤੁਹਾਡੇ ਨਾਲ ਮੈਂ ਸਾਂਝਾ ਕਰਨਾ ਹੈ, ਉਹ ਕਾਂਗਰਸ ਪਾਰਟੀ ਦੇ ਰੋਲ ਵੱਲ, ਕਿਉਂਕਿ ਇਹ ਪਾਰਟੀ ਹਮੇਸ਼ਾ ਆਪਣੇ ਆਪ ਨੂੰ ਧਰਮ ਨਿਰਪੱਖ ਕਹਿੰਦੀ ਰਹੀ, ਪਰ ਇਹ ਬਹੁਤ ਵੱਡਾ ਕਦਮ ਜਿਹੜਾ ਸਿੱਖ ਵਿਰੋਧੀ ਕਦਮ ਇਤਿਹਾਸ ਦੇ ਵਿੱਚ ਗਿਣਿਆ ਜਾਂਦਾ ਹੈ, ਉਹ ਇੱਥੇ ਤੱਕ ਕਿੱਦਾਂ ਪਹੁੰਚੀ, ਇਸ ਬਾਰੇ ਗੱਲ ਕਰਾਂਗੇ। ਉਹ ਇਹ ਕਿ ਕਾਂਗਰਸ ਪਾਰਟੀ ਆਪਣੇ ਆਪ ਨੂੰ ਧਰਮ ਨਿਰਪੱਖ ਪਾਰਟੀ ਕਹਿੰਦੀ ਰਹੀ ਹੈ ਸ਼ੁਰੂ ਤੋਂ, ਔਰ ਉਸ ਵੇਲੇ ਕੇਂਦਰ ਦੇ ਵਿੱਚ ਸੱਤਾ ਦੇ ਵਿੱਚ ਉਹ ਸੀ, ਕਾਬਜ਼ ਸੱਤਾ ਤੇ ਉਹ ਸੀ, ਤੇ ਉਸ ਵੱਲੋਂ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਸਿੱਖ ਵਿਰੋਧੀ ਕਦਮ ਇਹਨੂੰ ਗਿਣਿਆ ਜਾਂਦਾ ਹੈ। ਧਰਮ ਨਿਰਪੱਖ ਪਾਰਟੀ ਹੁੰਦਿਆਂ ਹੋਇਆਂ ਕੀ ਕਹਿਣੀ ਕਥਨੀ 'ਚ ਫਰਕ ਸੀ ਜਾਂ ਕੋਈ ਹੋਰ ਹਾਲਾਤ ਸੀ ਜਿਹੜੇ ਉਸ ਪਾਰਟੀ ਨੂੰ ਇੱਥੇ ਤੱਕ ਲੈ ਆਏ? ਦੇਖੋ, ਕੋਈ ਪਾਰਟੀ ਕਹਿੰਦੀ ਕੀ ਹੈ ਤੇ ਕਰਦੀ ਕੀ ਹੈ, ਉਹ ਦੋਵੇਂ ਵੱਖ-ਵੱਖ ਮੁੱਦੇ ਨੇ ਨਾ। ਕਹਿੰਦੀ ਧਰਮ ਨਿਰਪੱਖ ਹੈ, ਲੇਕਿਨ ਧਰਮ ਨਿਰਪੱਖ ਹੈ ਨਹੀਂ। ਬਾਬਰੀ ਮਸਜਿਦ ਦੇ ਇਸ਼ੂ ਦੇ ਵਿੱਚ ਵੀ ਇਹੀ ਹੋਇਆ। ਨਰਸਿਮਹਾ ਰਾਓ ਸਨ ਉਦੋਂ ਪ੍ਰਾਈਮ ਮਿਨਿਸਟਰ, ਪ੍ਰਧਾਨ ਮੰਤਰੀ ਦੀ ਮਤਲਬ ਕੁਰਸੀ ਤੇ ਬੈਠੇ ਆ। ਆਪਾਂ ਨੂੰ ਪਤਾ ਹੈ ਬਾਬਰੀ ਮਸਜਿਦ ਢਾਹ ਦਿੱਤੀ ਗਈ, ਉਹਦੇ ਤੋਂ ਬਾਅਦ ਫਸਾਦ ਵੀ ਹੋਏ, ਸਾਰਾ ਕੁਝ ਕਾਂਗਰਸ ਨੇ ਕੀਤਾ। ਤੋ ਇੱਥੇ ਵੀ ਜੇ ਕਿਤੇ ਸਰਕਾਰ ਨੇ ਸੰਤ ਜਰਨੈਲ ਸਿੰਘ ਨੂੰ ਫੜਨਾ ਸੀ ਜਾਂ ਹਥਿਆਰਾਂ ਦੀ ਜਾਣਕਾਰੀ ਸੀ, ਹਥਿਆਰ ਬਰਾਮਦ ਕਰਨੇ ਸਨ, ਤਾਂ 2 ਗੱਲਾਂ ਬੜੀਆਂ ਅਜੀਬ ਹੋਈਆਂ, ਗਲਤ ਹੋਈਆਂ। ਇੱਕ ਤਾਂ ਇਹ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵਾਲਾ ਦਿਨ ਚੁਣਿਆ ਗਿਆ ਹਮਲੇ ਵਾਸਤੇ। ਆਮ ਸ਼ਰਧਾਲੂ ਮੱਥਾ ਟੇਕਣ ਆਏ ਸਨ 5ਵੇਂ ਪਾਤਸ਼ਾਹ ਦੀ ਸ਼ਹਾਦਤ ਵਾਸਤੇ ਆਪਣੀ ਅਕੀਦਤ ਪੇਸ਼ ਕਰਨ ਲਈ। ਦੂਸਰੀ ਗੱਲ ਇਹ ਕਿ ਦਰਬਾਰ ਸਾਹਿਬ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਸਨ ਅਕਾਲ ਤਖਤ 'ਚ, ਲੇਕਿਨ 42 ਪੰਜਾਬ ਦੇ ਇਤਿਹਾਸਕ ਗੁਰਦੁਆਰਿਆਂ 'ਤੇ ਰੇਡ ਕੀਤਾ ਗਿਆ। ਉੱਥੇ ਤਾਂ ਸੰਤ ਜਰਨੈਲ ਸਿੰਘ ਨਹੀਂ ਸੀ। 42 ਗੁਰਦੁਆਰਿਆਂ 'ਤੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵਾਲੇ ਦਿਨ ਹਮਲਾ ਕਰਨਾ ਤੇ ਯਾਤਰੂਆਂ ਨੂੰ ਫੜਨਾ ਤੇ ਫਿਰ ਉਹਨਾਂ ਤੇ ਤਸ਼ੱਦਦ ਢਾਉਣਾ। ਉਹ ਯਾਤਰੂ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਜਿਨ੍ਹਾਂ ਦਾ ਨਾ ਅਕਾਲੀ ਦਲ ਨਾਲ ਸੰਬੰਧ ਸੀ, ਕੋਈ ਨਾ ਖਾਲਿਸਤਾਨੀ ਸਨ, ਨਾ ਹਥਿਆਰਬੰਦ ਕੋਈ। ਮੇਰੇ ਖਿਆਲ ਦੇ ਵਿੱਚ ਉਹ ਸ਼ਰਧਾਲੂਆਂ ਨੂੰ ਤਾਂ ਸ਼ਾਇਦ ਇਸ ਗੱਲ ਦੀ ਕੋਈ ਆਸ ਹੀ ਨਹੀਂ ਸੀ ਕਿ ਐਡਾ ਵੱਡਾ ਕਦਮ ਜਿਹੜਾ ਉਹ ਚੁੱਕਿਆ ਜਾ ਸਕਦਾ ਹੈ। ਕਿਸੇ ਨੂੰ ਵੀ ਸੰਸਾਰ 'ਚ ਇਹ ਆਸ ਨਹੀਂ ਸੀ ਕਿ ਫੌਜ ਦਰਬਾਰ ਸਾਹਿਬ ਤੇ ਚੜ੍ਹ ਸਕਦੀ ਹੈ, ਕਿਉਂਕਿ ਇਸ ਮਸਲੇ ਨੂੰ ਹੱਲ ਕਰਨ ਦੇ ਹੋਰ ਬਹੁਤ ਸਾਰੇ ਤਰੀਕੇ ਸਨ। ਕਈਆਂ ਥਾਂ ਆਪਾਂ ਨੂੰ ਪਤਾ ਨਹੀਂ ਹੈ ਕਿ ਕਸ਼ਮੀਰ 'ਚ ਮਸਜਿਦ ਦੇ ਵਿੱਚ ਖਾੜਕੂ ਮਿਲੀਟੈਂਟ ਪਤਾ ਲੱਗਿਆ ਕਿ ਇੱਥੇ ਛੁਪੇ ਹੋਏ ਨੇ, ਤੋ ਉੱਥੇ ਆਲੇ ਦੁਆਲੇ ਫੌਜ ਤਾਇਨਾਤ ਕਰ ਦਿੱਤੀ ਗਈ। ਫੌਜ ਅੰਦਰ ਨਹੀਂ ਵੜੀ, ਖਾੜਕੂਆਂ ਨੂੰ ਲਾਂਘਾ ਦੇ ਕੇ ਸੁਰੱਖਿਅਤ ਜਾਣ ਦਿੱਤਾ ਗਿਆ ਤਾਂ ਕਿ ਮੁਸਲਮਾਨਾਂ ਦੇ ਦਿਲਾਂ ਨੂੰ ਠੇਸ ਨਾ ਵੱਜੇ। ਤੋ ਇਸ ਤਰ੍ਹਾਂ ਦਾ ਤਰੀਕਾ ਜਿਹੜਾ ਦਰਬਾਰ ਸਾਹਿਬ ਦੇ ਉੱਤੇ ਹਮਲੇ ਵੇਲੇ ਵੀ ਵਰਤਿਆ ਜਾ ਸਕਦਾ ਸੀ। ਉਹਦੇ ਤੋਂ ਬਾਅਦ ਫਿਰ ਕੀ ਹੋਇਆ ਕਿ ਜਿੰਨੇ ਗ੍ਰਿਫਤਾਰ ਕੀਤੇ ਗਏ ਸਨ ਲੋਕ, ਉਹਨਾਂ ਨੂੰ ਇੰਟੈਰੋਗੇਟ ਕੀਤਾ ਗਿਆ। ਇੰਟੈਰੋਗੇਸ਼ਨ ਕਰਨ ਵਾਲੀ ਸੀ ਫੌਜ। ਪੁਲਿਸ ਨੂੰ ਇਸ ਗੱਲ ਦਾ ਪਤਾ ਹੁੰਦਾ ਹੈ ਕਿ ਟਾਰਚਰ ਕਿਸ ਹੱਦ ਤੱਕ ਕਰਨਾ ਹੈ। ਫੌਜ ਨੂੰ ਤਾਂ ਇਹ ਸਿਖਾਇਆ ਜਾਂਦਾ ਕਿ ਦੁਸ਼ਮਣ ਦਾ ਮਲੀਆ ਮੇਟ ਕਰ ਦਿਓ, ਦੁਸ਼ਮਣ ਨੂੰ ਛੱਡਣਾ ਨਹੀਂ। ਤੋ ਇਹ ਦੋ ਵੱਖਰੇ ਸੈਕਸ਼ਨਸ ਨੇ ਜਿਹੜੇ ਫੋਰਸਿਸ ਦੇ ਨਾ, ਉਹਦੇ 'ਚ ਇਹ ਕੰਮ ਪੁਲਿਸ ਨੂੰ ਦੇਣਾ ਬਣਦਾ ਸੀ, ਕਿਉਂਕਿ ਪੁਲਿਸ ਪੰਜਾਬ 'ਚ ਉਹਨੂੰ ਪੰਜਾਬ ਦੇ ਸੰਤਾਪ ਦਾ ਪਤਾ ਹੈ, ਉਹਨੂੰ ਪੰਜਾਬ ਦੇ ਲੋਕਾਂ ਦੇ ਸੁਭਾਅ ਦਾ ਪਤਾ ਹੈ। ਆਰਮੀ ਨੂੰ ਕੋਈ ਪਤਾ ਨਹੀਂ ਸੀ। ਆਰਮੀ ਵਾਲੇ ਹਰੇਕ ਬੰਦੇ ਨੂੰ ਸਮੇਤ ਮੈਨੂੰ ਗਾਲਾਂ ਕੱਢ ਕੇ ਇਹ ਆਖਦੇ ਸਨ ਕਿ ਅਭੀ ਬਣਾਤੇ हैं तुम्हारा ਖਾਲਿਸਤਾਨ। ਗੁਰੂਆਂ ਵਾਸਤੇ ਅਪਸ਼ਬਦ ਬੋਲੇ ਜਿਹੜੇ ਕਿ ਮੈਂ ਰਿਕਾਰਡ ਨਹੀਂ ਕਰਾਉਣਾ ਚਾਹੁੰਦਾ। ਤੋ ਉਸ ਹਿਸਾਬ ਦੇ ਵਿੱਚ ਫੌਜ ਨੇ ਜਿਵੇਂ ਕਿਸੇ ਬੇਗਾਨੇ ਦੇਸ਼ ਦੇ ਉੱਤੇ ਹਮਲਾ ਕਰਕੇ ਸਬਕ ਸਿਖਾਉਣਾ ਹੁੰਦਾ ਹੈ, ਇਸ ਤਰ੍ਹਾਂ ਫੜੇ ਗਏ ਬੰਦਿਆਂ ਨਾਲ ਪੇਸ਼ ਆਈ, ਜਿਹੜਾ ਕਿ ਅਫਸੋਸਨਾਕ ਸੀ। ਬਿਲਕੁਲ। ਔਰ ਮੇਰੇ ਖਿਆਲ ਦੇ ਵਿੱਚ ਜਦੋਂ ਅਸੀਂ ਇਸ ਦੌਰ ਦੀ ਗੱਲ ਕਰਦੇ ਹਾਂ, ਕਾਲਾ ਦੌਰ ਜਿਹੜਾ ਜਿਹਦੇ ਵਿੱਚ ਤਸ਼ੱਦਦ ਹੈ, ਜਿਹਦੇ ਵਿੱਚ ਬਹੁਤ ਸਾਰੇ ਜ਼ੁਲਮ ਨੇ, ਇਹ ਸ਼ਾਇਦ ਉਹ 84 ਵੇਲੇ ਹੀ ਖਤਮ ਨਹੀਂ ਹੋ ਗਿਆ। ਉਸ ਤੋਂ ਬਾਅਦ ਵਿੱਚ ਵੀ ਲਗਭਗ ਸਾਰੇ ਪੰਜਾਬ ਨੂੰ ਔਰ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਬੈਠੀਆਂ ਸਨ, ਸਾਰਿਆਂ ਨੂੰ ਹੰਡਾਉਣਾ ਪਿਆ ਆਪਣੇ ਪਿੰਡੇ ਤੇ। ਹਾਂ, ਉਹਦੇ ਤੋਂ ਬਾਅਦ ਫਿਰ ਕੁਝ ਹੋਰ ਵੀ ਡਿਵੈਲਪਮੈਂਟਸ ਹੋਈਆਂ ਨਾ ਜੀ। ਕਈ ਖਾੜਕੂ ਜਥੇਬੰਦੀਆਂ ਕਾਇਮ ਹੋ ਗਈਆਂ। ਉਹਨਾਂ ਨੇ ਆਪੋ ਆਪਣੇ ਤਰੀਕੇ ਨਾਲ ਹਥਿਆਰ ਇਕੱਠੇ ਕੀਤੇ। ਉਹਨਾਂ ਨੇ ਫਿਰ ਪੁਲਿਸ ਅਫਸਰਾਂ ਨੂੰ ਜਾਂ ਫੌਜੀ ਅਫਸਰਾਂ ਨੂੰ ਜਾਂ ਲੀਡਰਾਂ ਨੂੰ, ਕਾਂਗਰਸ ਦਿਆਂ ਨੂੰ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਇਹਦੇ ਬਦਲੇ 'ਚ ਫਿਰ
ਜਿਹੜੀ ਪੰਜਾਬ ਪੁਲਿਸ ਹੈ ਉਹਨੇ ਸਖਤਾਈ ਕਰਨੀ ਸ਼ੁਰੂ ਕਰ ਦਿੱਤੀ। ਬਲੈਕ ਐਡਸ ਭਰਤੀ ਕੀਤੇ। ਬਲੈਕ ਐਡਸ ਵਿੱਚੋਂ ਕੁਝ ਜਿਹੜਾ ਬਲੈਕ ਐਡਸ ਹਨ ਉਹ ਮਤਲਬ ਇਹ ਆਮ ਤੌਰ ਤੇ ਉਹ ਲੋਕ ਹੋਇਆ ਕਰਦੇ ਨੇ ਜਿਹੜੇ ਵੱਖ-ਵੱਖ ਅਪਰਾਧਾਂ 'ਚ ਸ਼ਾਮਲ ਹੁੰਦੇ ਨੇ ਤੇ ਪੁਲਿਸ ਨੇ ਉਹਨਾਂ ਨੂੰ ਇਹ ਭਰੋਸਾ ਦੇਣਾ ਹੁੰਦਾ ਕਿ ਅਸੀਂ ਤੁਹਾਨੂੰ ਸਜ਼ਾਵਾਂ ਤੋਂ ਬਚਾ ਲਾਂਗੇ, ਤੁਸੀਂ ਸਾਡੀ ਮਦਦ ਕਰੋ। ਤਾਂ ਇਹ ਇਸ ਤਰ੍ਹਾਂ ਬਹੁਤ ਸਾਰੇ ਥਾਵਾਂ ਤੇ ਹੋਇਆ ਕਿ ਖਾੜਕੂਆਂ ਦੇ ਬਾਣੇ ਪਹਿਨ ਕੇ ਹਥਿਆਰ ਆਪਣੇ ਹੱਥਾਂ 'ਚ ਲੈ ਕੇ ਉਹ ਆਮ ਲੋਕਾਂ ਦੇ ਘਰਾਂ 'ਚ ਗਏ ਤੇ ਕਿਹਾ ਕਿ ਅਸੀਂ ਕੁਝ ਦਿਨ ਰਹਿਣਾ, ਸਾਡੇ ਖਾਣੇ ਦਾ ਇੰਤਜ਼ਾਮ ਕਰੋ। ਹੁਣ ਹਥਿਆਰਬੰਦ ਬੰਦਾ ਜਿਸ ਵੀ ਘਰ 'ਚ ਜਾਏਗਾ ਉਹ ਮਜਬੂਰੀ ਬਸ ਫਿਰ 1-2 ਦਿਨਾਂ ਬਾਅਦ ਰੇਡ ਹੋ ਜਾਂਦਾ ਸੀ ਕਿ ਪੁਲਿਸ ਦਾ ਕਿ ਤੁਹਾਡੇ ਕੋਲ ਖਾੜਕੂ ਆਏ ਸੀ, ਪਰਿਵਾਰ ਫੜ ਲਿਆ ਜਾਂਦਾ ਸੀ। ਸਭ ਨੂੰ ਪਤਾ ਇਸ ਗੱਲ ਦਾ ਕਿ ਕਿੰਨੇ ਪੁਲਿਸ ਅਫਸਰਾਂ ਨੇ ਮੁਲਾਜ਼ਮਾਂ ਨੇ ਉਦੋਂ ਪੈਸੇ ਬਣਾਏ। ਇੱਕ ਪਾਸੇ ਖਾੜਕੂਆਂ ਦੀ ਚਿੱਠੀਆਂ ਆ ਜਾਂਦੀਆਂ ਸਨ, ਇੰਨੇ ਲੱਖ ਰੁਪਈਆ ਸਾਨੂੰ ਚਾਹੀਦਾ, ਉਹ ਦੂਸਰੇ ਪਾਸੇ ਪੁਲਿਸ ਆ ਜਾਂਦੀ ਸੀ। ਤਾਂ ਪੰਜਾਬ ਦੀ ਜਨਤਾ ਜਿਹੜੀ ਇਹ ਦੋਵਾਂ ਪੁੜਾਂ ਦੇ ਵਿਚਕਾਰ ਪਿਸੀ ਜਾ ਰਹੀ ਸੀ। ਬੰਦਿਆਂ ਦਾ ਵੀ ਨੁਕਸਾਨ ਹੋ ਰਿਹਾ ਸੀ, ਦੌਲਤ ਦਾ ਵੀ ਨੁਕਸਾਨ ਹੋ ਰਿਹਾ ਸੀ ਤੇ ਇੱਜ਼ਤ ਸ਼ਾਨ ਵੀ ਮਿੱਟੀ 'ਚ ਮਿਲ ਰਹੀ ਸੀ। ਬਿਲਕੁਲ ਜੀ। ਤੇ ਹੁਣ ਥੋੜਾ ਜਿਹਾ ਇੱਕ ਪੱਖ ਜਿਹੜਾ ਤੁਸੀਂ ਟਾਲਿਆ ਸੀ, ਪਹਿਲਾਂ ਰਾਜਨੀਤਿਕ ਗੱਲ ਕਰਦੇ ਹਾਂ ਕਿ ਅਸੀਂ ਬਾਅਦ ਦੀ ਗੱਲ ਫੇਰ ਕਰਾਂਗੇ, ਉਹ ਇਹ ਕਿ ਇਸ ਤੋਂ ਬਾਅਦ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦਾ ਪ੍ਰਤੀਕਰਮ ਇਸ ਘਟਨਾ ਉੱਤੇ, ਜਿਹਦੇ ਵਿੱਚ ਫਿਰ ਦੁਬਾਰਾ ਮੈਂ ਉਹੀ ਗੱਲ ਭਾਜਪਾ ਵਾਲੀ ਲਵਾਂਗੇ ਕਿ ਜਿਨ੍ਹਾਂ ਨੇ ਇਸ ਕਦਮ ਨੂੰ ਸਹੀ ਠਹਿਰਾਇਆ ਸੀ ਔਰ ਇਹਦਾ ਸਵਾਗਤ ਕੀਤਾ ਸੀ। ਦੇਖੋ, ਭਾਜਪਾ ਨੇ ਸਵਾਗਤ ਕੀਤਾ ਤੇ ਉਹਨਾਂ ਦਿਨਾਂ 'ਚ ਭਾਜਪਾ ਦੇ ਲੀਡਰਾਂ ਨੇ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਖਿਤਾਬ ਵੀ ਦਿੱਤਾ। ਇਹ ਖਬਰਾਂ ਪ੍ਰੈਸ 'ਚ ਛਪੀਆਂ। ਲੇਕਿਨ ਦੂਜੇ ਪਾਸੇ ਤੁਸੀਂ ਇੱਕ ਕਿਤਾਬ ਦੇਖੋ, ਪੰਜਾਬ ਦੇ ਉਦੋਂ ਦੇ ਪੁਲਿਸ ਚੀਫ JF ਰਿਬੇਰੋ ਦੀ ਕਿਤਾਬ ਦਾ ਨਾਮ ਹੈ ਬੁਲਟ ਫਾਰ ਬੁਲਟ। ਉਸ ਕਿਤਾਬ ਦੇ ਵਿੱਚ ਤੁਹਾਨੂੰ ਕਈ ਇੰਟਰਸਟਿੰਗ ਗੱਲਾਂ ਮਿਲਣਗੀਆਂ। ਮਸਲਨ ਉਹਨਾਂ ਵਿੱਚੋਂ ਇੱਕ ਇਹ ਕਿ ਰਾਜੀਵ ਗਾਂਧੀ ਬਾਅਦ ਦੇ ਵਿੱਚ ਪ੍ਰਾਈਮ ਮਿਨਿਸਟਰ ਬਣਿਆ, ਐਬਸੋਲੂਟ ਮੈਜੋਰਿਟੀ ਮਿਲੀ। ਕੁਝ ਐਡਵਾਈਜ਼ਰਾਂ ਨੇ ਸਲਾਹ ਇਹ ਦਿੱਤੀ ਕਿ ਤੁਸੀਂ ਇਹਨਾਂ ਨਾਲ ਖਾੜਕੂਆਂ ਨਾਲ ਕੁਝ ਸਮਝੌਤਾ ਕਰ ਲਓ ਤੇ ਹੁਣ ਰਾਜ ਭਾਗ ਤੁਹਾਡੇ ਕੋਲ ਆ ਗਿਆ ਹੋਇਆ, ਬੜੇ ਅਮਨ ਅਮਾਨ ਦੀ ਜ਼ਿੰਦਗੀ ਬਤੀਤ ਕਰੋ। ਸਵੀਕਾਰ ਕੀਤਾ ਉਹਨਾਂ ਨੇ ਵੀ ਇਹ ਕਰ ਲੈਣਾ ਚਾਹੀਦਾ। ਉਹਨਾਂ ਨੇ ਇੱਕ ਐਡਵਾਈਜ਼ਰੀ ਕਮੇਟੀ ਬਣਾਈ। JF ਰਿਬੇਰੋ ਇਸ ਕਿਤਾਬ 'ਚ ਲਿਖਦਾ ਹੈ ਕਿ ਉਸ ਐਡਵਾਈਜ਼ਰੀ ਕਮੇਟੀ ਦੇ ਵਿੱਚ ਇੱਕ ਮੈਂਬਰ ਮੈਂ ਵੀ ਸਾਂ। ਅੱਛਾ। ਉਹ ਕਹਿੰਦੇ ਕਿ ਪਹਿਲੀ ਵਾਰ ਹੋਇਆ ਕਿ ਪੁਲਿਸ IPS ਦਾ ਕੋਈ ਅਫਸਰ ਲਿਆ ਹੋਵੇ, ਅਦਰਵਾਈਜ਼ IAS ਅਫਸਰ ਹੁੰਦੇ ਨੇ ਜਾਂ ਮੰਤਰੀ ਹੁੰਦੇ ਨੇ ਜਾਂ ਪੋਲੀਟੀਸ਼ੀਅਨ ਹੁੰਦੇ ਨੇ। ਉਹ ਦੱਸ ਰਿਹਾ ਹੈ ਕਿ ਜਦੋਂ ਪਹਿਲੀ ਮੀਟਿੰਗ ਹੋਈ, ਰਾਜੀਵ ਜੀ ਨੇ ਪੁੱਛਿਆ ਕਿ ਪੰਜਾਬ ਮਸਲਾ ਸੋਲਵ ਕਿਵੇਂ ਹੋ ਸਕਦਾ ਹੈ, ਤਾਂ ਮੈਂ ਇਹ ਕਿਹਾ ਕਿ ਦਿੱਲੀ ਦੰਗਿਆਂ ਦੇ ਦੌਰਾਨ ਬਹੁਤ ਵੱਡੀ ਗਿਣਤੀ 'ਚ ਸਿੱਖਾਂ ਦਾ ਕਤਲੇਆਮ ਹੋਇਆ ਤੇ ਉਹਦੇ 'ਚ ਕਾਂਗਰਸ ਦੇ ਕੁਝ ਲੀਡਰ ਵੀ ਸ਼ਾਮਲ ਸਨ। ਜੇ ਉਹਨਾਂ ਦੇ ਖਿਲਾਫ ਕੇਸ ਦਰਜ ਕਰਕੇ ਮੁਕੱਦਮੇ ਚਲਾਏ ਜਾਣ, ਸਜ਼ਾਵਾਂ ਦਿੱਤੀਆਂ ਜਾਣ, ਤਾਂ ਪੰਜਾਬ ਦੇ ਲੋਕਾਂ ਨੂੰ ਲੱਗੇਗਾ ਕਿ ਸਾਨੂੰ ਕੁਝ ਰਾਹਤ ਮਿਲ ਰਹੀ ਹੈ, ਸਾਨੂੰ ਕੁਝ ਇਨਸਾਫ ਮਿਲ ਰਿਹਾ ਹੈ, ਪੰਜਾਬ ਦਾ ਮਾਹੌਲ ਠੰਡਾ ਹੋਏਗਾ। ਕਹਿੰਦੇ ਜੀ ਰਾਜੀਵ ਗਾਂਧੀ ਜੀ ਚੁੱਪ ਕਰ ਗਏ, ਕੋਈ ਰਿਐਕਸ਼ਨ ਨਹੀਂ, ਕੋਈ ਰਿਸਪੌਂਸ ਨਹੀਂ। ਮੀਟਿੰਗ ਖਤਮ ਹੋ ਗਈ। ਫਿਰ ਮੀਟਿੰਗ ਬੁਲਾਈ ਗਈ ਅਗਲੀ ਵਾਰੀ। ਉਹਦੇ 'ਚ ਪ੍ਰਿੰਸੀਪਲ ਸੈਕਟਰੀ ਸਰਲਾ ਗਰੇਵਾਲ ਵੀ ਸਨ, ਪੰਜਾਬ ਦੇ ਗਵਰਨਰ SS ਰੇ ਵੀ ਸਨ, ਚਿਦੰਬਰਮ ਜੀ ਸਨ, ਨਾਰਾਇਣਨ ਸਨ। ਤੋਂ ਇਹ ਮੀਟਿੰਗ ਦੇ ਦੌਰਾਨ ਹੌਲੀ ਦੇ ਕੇ ਰਿਬੇਰੋ ਜੀ ਲਿਖਦੇ ਨੇ ਕਿ ਹੌਲੀ ਦੇ ਕੇ ਮੈਨੂੰ SS ਰੇ ਨੇ ਕਿਹਾ ਕਿ ਉਹ ਗੱਲ ਨਹੀਂ ਕਰਨੀ ਜਿਹੜੀ ਦਿੱਲੀ ਦੰਗਿਆਂ ਵਾਲੀ ਜਿਹੜੀ ਪਹਿਲਾਂ ਕੀਤੀ ਸੀ। ਔਰ ਉਹ ਅਜੇ ਤੱਕ ਵੀ ਅਸੀਂ ਦੇਖਦੇ ਹਾਂ ਕਿ ਉਹ ਦੁਖਾਂਤ ਉਵੇਂ ਦਾ ਉਵੇਂ ਖੜਾ, ਕਿਸੇ ਨੂੰ ਕੋਈ ਸਜ਼ਾ ਨਹੀਂ ਹੋਈ। ਮੈਂ ਦੱਸ ਰਿਹਾ ਤੁਹਾਨੂੰ, ਦੂਜੀ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਰਿਬੇਰੋ ਮੁਤਾਬਕ ਸਰਲਾ ਗਰੇਵਾਲ ਨੇ ਕਿਹਾ ਕਿ ਰਿਬੇਰੋ ਜੀ ਤੁਸੀਂ ਜਿਹੜਾ ਇਸ਼ੂ ਚੁੱਕਿਆ ਸੀ ਨਾ ਸਿੱਖਾਂ ਦੇ ਕਤਲੇਆਮ ਦਾ, ਉਹ ਵਾਜਬ ਸੀ, ਤੁਸੀਂ ਫੇਰ ਇਸ਼ੂ ਰੇਜ਼ ਕਰੋ। ਮੈਂ ਰਿਬੇਰੋ ਕਹਿੰਦਾ ਕਿ ਮੈਂ ਕਿਹਾ ਕਿ ਗਰੇਵਾਲ ਜੀ ਤੁਸੀਂ ਕਿਉਂ ਨਹੀਂ ਰੇਜ਼ ਕਰਦੇ? ਉਹ ਕਹਿੰਦੇ ਕਿ ਸਾਡੇ 'ਚ ਤਾਕਤ ਨਹੀਂ ਹੈ, ਅਸੀਂ ਤੁਹਾਨੂੰ ਸਪੋਰਟ ਕਰਾਂਗੇ। ਲੇਕਿਨ ਜਦੋਂ ਮੈਂ ਦੂਜੀ ਵਾਰੀ ਗੱਲ ਛੇੜੀ ਇਹ, ਤਾਂ ਹੌਲੀ ਦੇ ਕੇ ਮੈਨੂੰ SS ਰੇ ਕਹਿੰਦੇ ਇਹ ਗੱਲ ਨਾ ਕਰੋ ਤੁਸੀਂ। ਇਹ ਗੱਲ ਪ੍ਰਾਈਮ ਮਿਨਿਸਟਰ ਨੇ ਰੇ ਰਾਹੀਂ ਪਹੁੰਚਾਈ ਰਿਬੇਰੋ ਕੋਲ। ਰਿਬੇਰੋ ਆਖਦੇ ਨੇ ਕਿ ਜਾਂ SS ਰੇ ਉਹਨੂੰ ਖੁਦ ਪਤਾ ਸੀ ਕਿ ਇਹ ਗੱਲ ਨਹੀਂ ਕਰਨੀ ਚਾਹੀਦੀ, ਲੇਕਿਨ ਇਹ ਗੱਲ ਮੈਂ ਜਾਰੀ ਰੱਖੀ। ਫਲੇਅਰ ਅਪ ਹੋ ਕੇ ਰਾਜੀਵ ਗਾਂਧੀ ਜੀ ਕਹਿੰਦੇ ਕਿ ਅਫਵਾਹਾਂ ਦੇ ਬੇਸਿਸ ਤੇ ਮੈਂ ਸਾਡੇ ਬੰਦਿਆਂ ਨੂੰ ਫਾਹੇ ਲਾ ਦਾਂ। ਮੈਂ ਕਿਹਾ ਕਿ ਅਫਵਾਹਾਂ ਨਹੀਂ ਜੀ, ਕਮਿਸ਼ਨ ਬੈਠਿਆ ਸੀ, ਕਮਿਸ਼ਨ ਨੇ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਹੈ, ਸੱਜਣ ਕੁਮਾਰ ਦਾ ਨਾਂ ਲਿਆ ਗਿਆ। ਤੋ ਫਿਰ ਇੱਥੇ ਰਾਜੀਵ ਗਾਂਧੀ ਫਲੇਅਰ ਅਪ ਹੋ ਗਏ। ਉਹ ਕਹਿਣ ਲੱਗੇ ਕਿ ਉਹ ਸਾਡੇ ਪਰਿਵਾਰ ਦਾ ਮੈਂਬਰ ਹੈ, ਕਾਂਗਰਸ ਦਾ ਪੱਕਾ ਵਰਕਰ ਹੈ, ਮੇਰੀ ਮਾਂ ਦੇ ਆਖਰੀ ਸਾਹ ਤੱਕ ਉਹ ਉਹਨਾਂ ਦੇ ਬੈੱਡ ਦੇ ਨਜ਼ਦੀਕ ਬੈਠਾ ਰਿਹਾ ਸੀ। ਤੋ ਮਤਲਬ ਮੈਂ ਐਂ ਸੁਣ ਕੇ ਤੁਹਾਡੀ ਗੱਲ ਤੋਂ ਉਹਦੇ ਖਿਲਾਫ ਕੇਸ ਦਰਜ ਕਰਦਾ ਤੇ ਉਹਨੂੰ ਮੈਂ ਫਾਹੇ ਲਵਾ ਦਾਂ। ਇਹ ਇੱਥੇ ਗੱਲ ਖਤਮ ਹੋ ਗਈ। ਰਿਬੇਰੋ ਕਹਿੰਦਾ ਹੈ ਕਿ ਮੈਂ ਕਿਉਂਕਿ ਇਸ ਗੱਲ ਵਾਸਤੇ ਤਿਆਰ ਹੋ ਕੇ ਗਿਆ ਸਾਂ, ਮੈਨੂੰ ਆਪਣੀ ਬੇਇੱਜ਼ਤੀ ਨਹੀਂ ਲੱਗੀ। ਮੈਨੂੰ ਇਹ ਰਿਬੇਰੋ ਆਖਦਾ ਕਿ ਮੈਨੂੰ ਇਹ ਲੱਗਦਾ ਸੀ ਕਿ ਜੇ ਅਸੀਂ ਇਨਸਾਫ ਦੇਣਾ ਸ਼ੁਰੂ ਕਰਾਂਗੇ ਤਾਂ ਪੰਜਾਬ 'ਚ ਸ਼ਾਂਤੀ ਪਰਤ ਸਕਦੀ ਹੈ, ਪਰ ਮੇਰੀ ਸੁਣਵਾਈ ਨਹੀਂ ਹੋਈ। ਮੇਰੇ ਖਿਆਲ ਦੇ ਵਿੱਚ ਪੰਜਾਬ ਦੇ ਇਸ ਦੁਖਾਂਤ ਨੂੰ ਟਾਲਣ ਦਾ ਜਿਹੜਾ ਇੱਕ ਬਹੁਤ ਵਧੀਆ ਹੀਲਾ ਜਿਹੜਾ ਉਹ ਇਹ ਹੋ ਸਕਦਾ ਸੀ ਕਿ ਪੰਜਾਬੀਆਂ ਨੂੰ ਸ਼ਾਇਦ ਵਿਸ਼ਵਾਸ ਪੈਦਾ ਕੀਤਾ ਜਾਂਦਾ ਹੈ ਕਿ ਉਹਨਾਂ ਦਾ ਤੰਤਰ ਦੇ ਵਿੱਚ ਕਿ ਤੰਤਰ ਸਾਡੀ ਗੱਲ ਸੁਣਦਾ ਹੈ, ਪਰ ਹੋਇਆ ਬਿਲਕੁਲ ਇਸ ਤੋਂ ਉਲਟ। ਹਾਂ, ਇਹ ਸਿੱਖਾਂ ਨੂੰ ਸਭ ਤੋਂ ਵੱਡੀ ਤਾਂ ਸੱਟ ਦਰਬਾਰ ਸਾਹਿਬ ਅਤੇ ਸਮੇਤ 42 ਗੁਰਦੁਆਰਿਆਂ ਉੱਤੇ ਸੈਨਿਕ ਹਮਲੇ ਦੀ ਲੱਗੀ। ਉਹਦੇ ਤੋਂ ਬਾਅਦ ਫਿਰ ਇੰਦਰਾ ਗਾਂਧੀ ਦਾ ਜਦੋਂ ਕਤਲ ਹੋ ਗਿਆ,
ਪੰਜਾਬ ਤੋਂ ਬਾਹਰ ਥਾਂ ਥਾਂ ਤੇ ਦੰਗੇ ਹੋਏ ਤੇ ਯੋਜਨਾਬੱਧ ਤਰੀਕੇ ਨਾਲ ਲੁੱਟਿਆ ਗਿਆ, ਸਾੜਿਆ ਗਿਆ, ਉਹ ਕਹਾਣੀ ਆਪਾਂ ਸਾਰਿਆਂ ਨੂੰ ਪਤਾ ਹੈ। ਉਦੋਂ ਵੀ ਸਰਕਾਰ ਰੋਕ ਸਕਦੀ ਸੀ, ਲੇਕਿਨ राजीव गांधी का बयान आया, जब बड़ा पेड़ धरती पर गिरता है तो धरती में कंपन पैदा होती ही है। ये वाक सी जिहड़ा ये दंगाकारियों नूं उत्साह देने वाला वाक सी, जिहदे नाल फिर होर तेज़ होई वायलेंस ते होर वड्डे नुकसान होए सिखां दे। ਇੱਕ ਮੈਂ ਹੋਰ ਪੱਖ ਥੋੜਾ ਜਿਹਾ ਕਿ ਉਸ ਵੇਲੇ ਦਰਬਾਰਾ ਸਿੰਘ ਦੀ ਸਰਕਾਰ ਸੀ ਤੇ ਮੈਂ ਜੋ ਜਿੱਥੋਂ ਤੱਕ ਪੜ੍ਹਿਆ ਉਹਦੇ ਵਿੱਚ ਇਹ ਸੀ ਕਿ ਦਰਬਾਰਾ ਸਿੰਘ ਦੀ ਸਰਕਾਰ ਨੂੰ ਪਤਾ ਸੀ ਕਿ ਹਥਿਆਰ ਅੰਦਰ ਜਾ ਰਹੇ ਔਰ ਉਹ ਚਾਹੁੰਦੇ ਵੀ ਸਨ ਰੋਕਣਾ, ਪਰ ਸੈਂਟਰ ਵੱਲੋਂ ਉਸ ਚੀਜ਼ ਨੂੰ ਰੋਕਿਆ ਨਹੀਂ ਜਾਂਦਾ ਸੀ ਤਾਂ ਜੋ ਉਸ ਭਾਂਬੜ ਨੂੰ ਬਲਣ ਜੋਗੀ ਅੱਗ ਦਿੱਤੀ ਜਾ ਸਕੇ। ਦੇਖੋ, ਦਰਬਾਰਾ ਸਿੰਘ ਦੀ ਸਰਕਾਰ ਤਾਂ ਭੰਗ ਕਰ ਦਿੱਤੀ ਸੀ, ਦਰਬਾਰ ਸਾਹਿਬ ਤੇ ਹਮਲੇ ਵੇਲੇ ਗਵਰਨਰੀ ਰਾਜ ਸੀ, ਲੇਕਿਨ ਦਰਬਾਰਾ ਸਿੰਘ ਸਰਕਾਰ ਵੇਲੇ ਇਹ ਗਤੀਵਿਧੀਆਂ ਸ਼ੁਰੂ ਹੋ ਗਈਆਂ ਸੀ, ਅੰਜਾਮ ਇਹਨਾਂ ਨੂੰ ਗਵਰਨਰੀ ਰਾਜ ਦਿੱਤਾ ਗਿਆ। ਠੀਕ, ਸੋ ਮੁੱਖ ਦੀ ਗੱਲ ਇਹ ਹੈ ਜੀ ਕਿ ਅਸੀਂ ਗੁਰੂਆਂ ਦੀਆਂ ਸਿੱਖਿਆਵਾਂ ਨੂੰ ਯਾਦ ਰੱਖੀਏ ਔਰ ਸਿੱਖੀ ਦੇ ਮਾਰਗ ਤੇ ਚੱਲੀਏ, ਪਤਿਤ ਪੁਣੇ ਤੋਂ ਬਚੀਏ ਔਰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਹੀ ਸਿੱਖਿਆ ਦੇਈਏ ਤਾਂ ਅਸੀਂ ਆਪਣੇ ਫਰਜ਼ਾਂ ਨੂੰ ਬਖੂਬੀ ਪੂਰਾ ਕਰ ਸਕਦੇ ਹਾਂ ਔਰ ਅਸੀਂ ਬਚ ਸਕਦੇ ਹਾਂ ਕਿ ਗਾਹੇ ਬਗਾਹੇ ਅਸੀਂ ਇਹੋ ਜਿਹਾ ਕੋਈ ਯੋਗਦਾਨ ਨਾ ਦੇਈਏ ਤਾਂ ਜੋ ਭਵਿੱਖ ਵਿੱਚ ਇਹੋ ਜਿਹੇ ਦੁਖਾਂਤ ਦੁਬਾਰਾ ਵਾਪਰਨ। ਡਾਕਟਰ ਸਾਹਿਬ, ਤੁਸੀਂ ਬਹੁਤ ਵਡਮੁੱਲਾ ਸਮਾਂ ਕੱਢਿਆ, ਸਾਡੇ ਦਰਸ਼ਕਾਂ ਨਾਲ ਬਹੁਤ ਸਾਰੀ ਜਾਣਕਾਰੀ ਸਾਂਝੀ ਕੀਤੀ, ਉਸ ਦੁਖਾਂਤ ਬਾਰੇ ਦੱਸਿਆ, ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।